ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਤਾ ਰਿਹਾ ਗ੍ਰਿਫਤਾਰੀ ਦਾ ਖਦਸ਼ਾ। ਨਿਊਜ਼ 18 ਦੇ ਉੱਤੇ ਬੋਲੇ, ਮੈਨੂੰ ਅੰਦਰ ਕਰਨ ਦੇ ਸਰਕਾਰ ਲੱਭ ਰਹੀ ਤਰੀਕੇ, ਮੇਰੇ ਬੈਂਕ ਖਾਤੇ ਤੇ ਜਾਇਦਾਦ ਦੀ ਹੋ ਰਹੀ ਹੈ ਜਾਂਚ। ਸਥਾਨਕ ਸਰਕਾਰਾਂ ਵਿਭਾਗ ਨੇ ਮੋਹਾਲੀ ਦੇ ਮੇਅਰ ਅਮਰਜੀਤ ਸਿੱਧੂ ਨੂੰ ਅਹੁਦੇ ਤੋਂ ਹਟਾਇਆ। ਸਿੱਧੂ ਤੇ ਆਪਣੀ ਕੋਆਪਰੇਟਿਵ ਸੁਸਾਇਟੀ ਨੂੰ ਵਿਕਾਸ ਟੈਂਡਰ ਦੇਣ ਦੇ ਇਲਜ਼ਾਮ। ਖੂਫੀਆ ਅਲਰਟ ਤੋਂ ਬਾਅਦ ਚੱਪੇ ਤੇ ਪੁਲਿਸ ਦੀ ਚੌਕਸੀ, ਸਰਹੱਦੀ ਇਲਾਕਿਆਂ ਦੇ ਵਿੱਚ ਖਾਸ ਨਿਗਰਾਨੀ, ਨਾਕੇ ਲਗਾ ਕੇ ਵਾਹਨਾਂ ਦੀ ਕੀਤੀ ਜਾ ਰਹੀ ਚੈਕਿੰਗ। ਰਿਸ਼ਵਤ ਅਤੇ ਸ਼ੋਸ਼ਣ ਦੇ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰ AIG ਆਸ਼ੀਸ਼ ਕਪੂਰ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ। ਪੀੜਤ ਮਹਿਲਾ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ। ਪੰਜਾਬ ਪੁਲਿਸ ਤੇ ਠੀਕ ਕਾਰਵਾਈ ਨਾ ਕਰਨ ਦੇ ਵੀ ਇਲਜ਼ਾਮ। ਹਰਿਆਣਾ ਦੇ ਖੇਡ ਮੰਤਰੀ ਤੇ ਛੇੜਛਾੜ ਦੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਕੋਚ ਨੇ SSP ਚੰਡੀਗੜ੍ਹ ਨੂੰ ਦਿੱਤੀ ਸ਼ਿਕਾਇਤ। ਮੰਤਰੀ ਸੰਦੀਪ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ। ਕਿਹਾ, ਮੈਨੂੰ ਸੋਸ਼ਲ ਮੀਡੀਆ ਦੇ ਉੱਤੇ ਮਿਲ ਰਹੀਆਂ ਨੇ ਧਮਕੀਆਂ। ਸੰਦੀਪ ਸਿੰਘ ਪਹਿਲਾਂ ਹੀ ਇਲਜ਼ਾਮਾਂ ਨੂੰ ਚੁੱਕੇ ਨੇ ਨਕਾਰ। ਭਿਆਨਕ ਸੜਕ ਹਾਦਸੇ ਦੇ ਵਿੱਚ ਵਾਲ-ਵਾਲ ਬਚੇ ਕ੍ਰਿਕਟਰ ਰਿਸ਼ਭ ਪੰਤ। ਰੁੜਕੀ ਨੇੜੇ ਡਿਵਾਈਡਰ ਦੇ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਲੱਗੀ ਅੱਗ। ਪੰਤ ਦੇ ਸਿਰ, ਗੋਡੇ ਤੇ ਪਿੱਠ ਦੇ ਵਿੱਚ ਲੱਗੀਆਂ ਸੱਟਾਂ, ਸਥਿਤੀ ਖਤਰੇ ਤੋਂ ਬਾਹਰ। ਪ੍ਰਧਾਨ ਮੰਤਰੀ ਮੋਦੀ ਦੀ ਮਾਤਾ ਹੀਰਾਬਾ ਪੰਜ ਤੱਤਾਂ ਦੇ ਵਿੱਚ ਵਿਲੀਨ। PM ਨੇ ਦਿੱਤੀ ਅਗਨੀ। ਹੀਰਾਬਾ ਨੇ 100 ਸਾਲ ਦੀ ਉਮਰ ਦੇ ਵਿੱਚ ਲਏ ਆਖਰੀ ਸਾਹ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ, ਜਦੋਂ ਰਫ਼ਤਾਰ ਹੋਵੇ ਕੰਟਰੋਲ ਤੋਂ ਬਾਹਰ, ਫਿਰ ਫਰਕ ਤਾਂ ਪੈਂਦਾ ਹੈ। ਵੱਖ-ਵੱਖ ਥਾਵਾਂ ਤੋਂ ਹਾਦਸੇ ਦੀਆਂ ਖਬਰਾਂ ਤੇ ਤਸਵੀਰਾਂ ਸਾਹਮਣੇ ਆਈਆਂ। ਦਿਨ ਦੀ ਵੱਡੀ ਖਬਰ ਦੇ ਨਾਲ ਹੀ ਸ਼ੁਰੂਆਤ ਕਰਨ ਜਾ ਰਹੇ ਹਾਂ, ਜੋ ਜੁੜੀ ਹੋਈ ਹੈ ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੇ ਨਾਲ। ਰਿਸ਼ਭ ਪੰਤ ਦਿੱਲੀ ਤੋਂ ਰੁੜਕੀ ਜਾ ਰਹੇ ਸੀ ਤੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ, ਵਾਲ-ਵਾਲ ਬਚ ਗਏ। ਪਰ ਜੋ ਤਸਵੀਰਾਂ ਉਹਨਾਂ ਦੇ ਕਾਰ ਨੂੰ ਅੱਗ ਲੱਗਣ ਦੀਆਂ ਸਾਹਮਣੇ ਆਈਆਂ, ਉਸਨੇ ਸਭ ਤੇ ਰੌਂਗਟੇ ਜ਼ਰੂਰ ਖੜੇ ਕਰ ਦਿੱਤੇ। ਅੱਗ ਇਸ ਤਰੀਕੇ ਨਾਲ ਗੱਡੀ 'ਚ ਲੱਗੀ ਹੋਈ ਸੀ ਕਿ ਜੇਕਰ ਅੱਗ ਦੇ ਵਿੱਚ ਕੋਈ ਹੁੰਦਾ ਤਾਂ, ਗੱਡੀ ਦੇ ਵਿੱਚ ਕੋਈ ਹੁੰਦਾ ਤਾਂ ਬਚਣਾ ਨਾਮੁਮਕਿਨ ਵਰਗੀ ਗੱਲ ਸੀ। ਪੂਰਾ ਹਾਦਸਾ ਕੀ ਕੁਝ ਹੋਇਆ, ਰਿਪੋਰਟ। ਝਪਕੀ ਲੱਗਣ ਦੀ ਵਜ੍ਹਾ ਨਾਲ ਇਹ ਹਾਦਸਾ ਹੋਇਆ। ਪੰਤ ਦੀ ਮਰਸੀਡੀਜ਼ ਬੇਕਾਬੂ ਹੋ ਕੇ ਡਿਵਾਈਡਰ ਦੇ ਨਾਲ ਜਾ ਟਕਰਾਈ, ਜਿਸ ਤੋਂ ਬਾਅਦ ਉਸ ਦੇ ਵਿੱਚ ਅੱਗ ਲੱਗ ਗਈ ਅਤੇ ਗੱਡੀ ਪਲਟ ਗਈ। ਐਕਸੀਡੈਂਟ ਤੋਂ ਬਾਅਦ ਪੰਤ ਜਲਦੀ ਹੋਈ ਕਾਰ ਦੀ ਤਾਕੀ ਤੋੜ ਕੇ ਖੁਦ ਹੀ ਬਾਹਰ ਨਿਕਲੇ। ਹਾਦਸੇ ਦੀ ਇੱਕ CCTV ਫੁਟੇਜ ਵੀ ਸਾਹਮਣੇ ਆਈ। ਇਸ ਦੇ ਵਿੱਚ ਸਪੀਡ 'ਚ ਆਉਂਦੀ ਹੋਈ ਕਾਰ ਨਜ਼ਰ ਆ ਰਹੀ ਹੈ, ਜੋ ਰੇਲਿੰਗ ਦੇ ਨਾਲ ਜਾ ਕੇ ਟਕਰਾ ਜਾਂਦੀ ਹੈ। ਹਾਦਸਾ ਸਵੇਰੇ ਕਰੀਬ 5:30 ਵਜੇ ਰੁੜਕੀ ਦੇ ਨਾਰਸਨ ਬਾਰਡਰ ਦੇ ਉੱਤੇ ਹਮਦਪੁਰ ਚਾਲ ਦੇ ਮੋੜ ਦੇ ਕੋਲ ਹੋਇਆ। ਪੰਤ ਆਪਣੀ ਕਾਰ ਖੁਦ ਹੀ ਡਰਾਈਵ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਮਾਂ ਨੂੰ ਮਿਲਣ ਦੇ ਲਈ ਦਿੱਲੀ ਤੋਂ ਰੁੜਕੀ ਦੇ ਲਈ ਨਿਕਲੇ ਸੀ। ਘਰ ਤੋਂ 10 ਕਿਲੋਮੀਟਰ ਪਹਿਲਾਂ ਹੀ ਉਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਤਾਂ ਹਾਦਸੇ ਦਾ ਸ਼ਿਕਾਰ ਹੋਈ ਰਿਸ਼ਭ ਪੰਤ ਦੀ ਗੱਡੀ ਤੇ ਉਸ ਦੀ ਵਜ੍ਹਾ ਦੇ ਨਾਲ ਇਹ ਹਾਦਸਾ ਜਦੋਂ ਵਾਪਰਿਆ ਤਾਂ ਉਸ ਸਮੇਂ ਜਿਹੜੇ ਉੱਥੇ ਲੋਕ ਮੌਜੂਦ ਸੀ, ਉਹਨਾਂ ਨੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਹਰਿਆਣਾ ਰੋਡਵੇਜ਼ ਦੇ ਬੱਸ ਦੇ ਡਰਾਈਵਰ ਤੇ ਕੰਡਕਟਰ ਨੇ ਰਿਸ਼ਭ ਪੰਤ ਦੀ ਜਾਨ ਬਚਾਈ। ਹਾਦਸੇ ਵਾਲੀ ਥਾਂ ਤੇ ਸਭ ਤੋਂ ਪਹਿਲਾਂ ਉਹੀ ਪਹੁੰਚੇ ਸੀ। ਇਹ ਬੱਸ ਪਾਣੀਪਤ ਡਿਪੂ ਦੀ ਸੀ। ਜਿਸ ਵਕਤ ਪੰਤ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਈ, ਉਸ ਵਕਤ ਸਭ ਤੋਂ ਪਹਿਲਾਂ ਡਰਾਈਵਰ ਸੁਸ਼ੀਲ ਅਤੇ ਕੰਡਕਟਰ ਪਰਮਜੀਤ ਹੀ ਕਾਰ ਦੇ ਨੇੜੇ ਪਹੁੰਚੇ। ਉਸ ਵੇਲੇ ਤੱਕ ਇਹ ਦੋਨੋਂ नहीं जानते सन कि कार ਦੇ ਵਿੱਚ कौन सवार है। वो जैसे डिवाइडर कूद के 100 मीटर पहले वो हमारी साइड में आई और उसने 3 पलटे खाए। वो फिर सीधी होकर हमारी साइड में होगी, बस की साइड में ही। वो जो डिग्गी थी ना, क्योंकि पीछे से चिंगारियाँ होकर रोड से की सटके ना पलटी लाई ना, उस टाइम चिंगारियाँ निकल रही थी। हम तो सिर्फ इंसानियत की मदद कर रहे थे। हमें कोई क्रिकेटर है, ठीक है, बहुत अच्छी बात है, हमने एक देश के प्लेयर को बचाया है। ਕੰਡਕਟਰ ਪਰਮਜੀਤ ਦੱਸਦੇ ਨੇ ਕਿ ਜਿਵੇਂ ਹੀ ਪੰਤ ਦੀ ਕਾਰ ਡਿਵਾਈਡਰ ਦੇ ਨਾਲ ਟਕਰਾਈ, ਉਸ ਵੇਲੇ ਹੀ ਕਾਰ ਦੀ ਡਿੱਗੀ ਦੇ ਵਿੱਚ ਅੱਗ ਲੱਗ ਚੁੱਕੀ ਸੀ ਅਤੇ ਪੰਤ ਕਾਰ ਤੋਂ ਅੱਧੇ ਬਾਹਰ ਡਿੱਗੇ ਹੋਏ ਸਨ। सर डिग्गी में थोड़ी थोड़ी आग लग चुकी थी और आधा शरीर बाहर था, आधा अंदर था। हमने उसको बाहर खींच के दोनों ने निकाला और डिवाइडर पे लिटाया। वो बोले मेरी नींद की झपकी लग गई है, मेरी गाड़ी पलट गई, मतलब नींद की झपकी लगने से पलटी है। ये हादसा नींद की झपकी लगने से ही हुआ है।
और मैं भारतीय क्रिकेटर ऋषभ पंत हूँ। ਦੋਵਾਂ ਦੀ ਵਜ੍ਹਾ ਨਾਲ ਹੀ ਰਿਸ਼ਭ ਪੰਤ ਦੀ ਜਾਨ ਬਚ ਸਕੀ। ਫਿਲਹਾਲ ਪੰਤ ਹਸਪਤਾਲ ਦੇ ਵਿੱਚ ਭਰਤੀ ਨੇ, ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਖੈਰ ਇਨਸਾਨੀਅਤ ਦੇ ਨਾਮ ਦੇ ਉੱਤੇ ਇਸ ਤਰੀਕੇ ਨਾਲ ਮਦਦ ਕੀਤੀ ਗਈ ਹੈ। ਰਿਸ਼ਭ ਪੰਤ ਉਸ ਦੇ ਵਿੱਚ ਗੱਡੀ ਦੇ ਵਿੱਚ ਸੀ, ਜਿਨ੍ਹਾਂ ਨੇ ਮਦਦ ਕੀਤੀ ਉਹਨਾਂ ਨੂੰ ਇਹ ਨਹੀਂ ਪਤਾ ਸੀ। ਜ਼ਰੂਰਤ ਹੈ ਕਿ ਇਨਸਾਨੀਅਤ ਦੇ ਨਾਮ ਦੇ ਉੱਤੇ ਪਹਿਲਾਂ ਸਭ ਤੋਂ ਮਦਦ ਹੋਵੇ, ਬਾਅਦ ਦੀ ਗੱਲ ਹੈ ਕਿ ਗੱਡੀ ਦੇ ਵਿੱਚ ਕੌਣ ਸੀ ਜਾਂ ਨਹੀਂ ਸੀ। ਇਹ ਵੀ ਤੁਹਾਨੂੰ ਦੱਸ ਦਈਏ ਕਿ ਉੱਤਰਾਖੰਡ ਸਰਕਾਰ ਨੇ ਜਿਨ੍ਹਾਂ ਨੇ ਰਿਸ਼ਭ ਪੰਤ ਦੀ ਮਦਦ ਕੀਤੀ ਉਹਨਾਂ ਨੂੰ ਸਨਮਾਨਿਤ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ। ਖੈਰ ਜਦੋਂ ਇਨਸਾਨੀਅਤ ਦੇ ਨਾਮ ਦੇ ਉੱਤੇ ਦੇਰ ਰਾਤ ਜਾਂ ਕਹੀਏ ਕਿ ਅੱਧੀ ਰਾਤ ਨੂੰ ਕਿਸੇ ਦੀ ਮਦਦ ਕੀਤੀ ਜਾਵੇ ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦੇ ਤੇ ਗੱਲ ਨਵੇਂ ਸਾਲ ਦੇ ਜਸ਼ਨ ਅਤੇ ਖੂਫੀਆ ਏਜੰਸੀਆਂ ਦੇ ਅਲਰਟ ਦੇ ਵਿਚਾਲੇ ਪੰਜਾਬ ਦੇ ਵਿੱਚ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਖੂਫੀਆ ਏਜੰਸੀਆਂ ਦੀ ਕੋਲ ਇਨਪੁਟ ਹੈ ਕਿ ਪੰਜਾਬ ਦੇ ਪੁਲਿਸ ਥਾਣਿਆਂ ਅਤੇ ਸਰਕਾਰੀ ਭਵਨਾਂ ਨੂੰ ਦਹਿਸ਼ਤਗਰਦ ਨਿਸ਼ਾਨਾ ਬਣਾ ਸਕਦੇ ਨੇ। ਇਸੇ ਦੇ ਮੱਦੇਨਜ਼ਰ ਡੇਰਾਬੱਸੀ ਦੇ ਵਿੱਚ ਏਐਸਪੀ ਦਰਪਨ ਆਹਲੂਵਾਲੀਆ ਦੀ ਅਗਵਾਈ 'ਚ ਕੋਰਟ ਕੰਪਲੈਕਸ ਦੇ ਵਿੱਚ ਸਰਚ ਮੁਹਿੰਮ ਚਲਾਈ ਗਈ। ਸੈਲੀਬ੍ਰੇਸ਼ਨਸ ਦੇ ਆਪਣੇ ਮੱਦੇਨਜ਼ਰ ਰੱਖਦੇ ਹੋਏ ਤਾਂ ਕਿ ਕੋਈ ਮਾੜਾ ਅਨਸਰ ਨਾ ਹੋਵੇ ਸਾਡੇ ਜੁਰਿਸਡਿਕਸ਼ਨ 'ਚ, ਇਹਨੂੰ ਇਨਸ਼ੋਰ ਕਰਨ ਲਈ ਜਿਹੜੇ ਸਾਡੇ ਸਾਰੇ ਥਾਣੇ ਨੇ, ਕੋਰਟ ਕੰਪਲੈਕਸ ਹੋ ਗਿਆ, ਐਸਡੀਐਮ ਸਾਹਿਬ ਦਾ ਦਫ਼ਤਰ ਹੋ ਗਿਆ, ਇਹਦੇ ਇਲਾਵਾ ਚੌਂਕੀ ਜਾਂ ਜਿਹੜੇ ਇੰਪੋਰਟੈਂਟ ਪਲੇਸਿਸ ਨੇ, ਜਿਹੜੇ ਕਰਾਊਡਡ ਏਰੀਆਜ਼ ਨੇ, ਇੱਥੇ ਅਸੀਂ ਆਪਣੀ ਟੀਮਸ ਲੈ ਕੇ ਇੰਕਲੂਡਿੰਗ ਐਂਟੀ ਸੈਬੋਟੇਜ ਚੈੱਕ ਟੀਮ ਐਂਡ ਡੌਗ ਸਕੁਆਡ ਦੇ ਨਾਲ ਅਸੀਂ ਅੱਜ ਚੈੱਕ। ਉਧਰ ਮੋਹਾਲੀ 'ਚ ਚੰਡੀਗੜ੍ਹ ਦੇ ਐਂਟਰੀ ਗੇਟ ਦੇ ਉੱਤੇ ਵੀ ਪੁਲਿਸ ਨੇ ਚੈਕਿੰਗ ਮੁਹਿੰਮ ਚਲਾਈ। ਇੱਥੋਂ ਤੱਕ ਕਿ ਬੱਸਾਂ ਤੱਕ ਦੀ ਚੈਕਿੰਗ ਕੀਤੀ ਗਈ। ਇਸ ਵਿਚਾਲੇ ਪੁਲਿਸ ਦੇ ਵੱਲੋਂ ਨਿਊ ਈਅਰ ਦੇ ਦਿਨ ਲੋਕਾਂ ਨੂੰ ਵੀ ਲਾਅ ਐਂਡ ਆਰਡਰ ਬਣਾ ਕੇ ਰੱਖਣ ਦੀ ਅਪੀਲ ਕੀਤੀ ਗਈ। ਸਾਡੀ ਪਬਲਿਕ ਨੂੰ ਇੱਕ ਰਿਕੁਐਸਟ ਹੈ ਕਿ ਉਹ ਪੂਰਾ ਲਾਅ ਐਂਡ ਆਰਡਰ ਮੇਨਟੇਨ ਕਰਕੇ ਰੱਖਣ। ਆਪਣੇ ਨਾਕਾਬੰਦੀ ਵਧਾ ਦਿੱਤੀ ਗਈ ਹੈ, ਪੈਟਰੋਲਿੰਗ ਪਾਰਟੀਜ਼ ਵਧਾ ਦਿੱਤੀ ਗਈ ਹੈ। देयर इज अ पर्टिकुलर शेड्यूल वी आर गोइंग टू फॉलो कि आरली चेकिंग्स ਹੋਊਗੀ ਤੇ ਕਿਸੇ ਵੀ ਤਰ੍ਹਾਂ ਦੀ ਨਿਊਸੈਂਸ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਵਾਰ। ਕੁੱਲ ਮਿਲਾ ਕੇ ਜੇਕਰ ਨਿਊ ਈਅਰ ਦੇ ਜਸ਼ਨ ਦੇ ਵਿੱਚ ਕਿਸੇ ਨੇ ਅੜਿੱਕਾ ਪਾਇਆ ਤਾਂ ਪੰਜਾਬ ਪੁਲਿਸ ਉਸ ਨੂੰ ਬਖਸ਼ਣ ਦੇ ਮੂਡ ਦੇ ਵਿੱਚ ਤਾਂ ਬਿਲਕੁਲ ਨਜ਼ਰ ਨਹੀਂ ਆ ਰਹੀ। ਖੈਰ ਇੱਕ ਪਾਸੇ ਦੇਸ਼ ਦੇ ਦੁਸ਼ਮਣਾਂ ਦੇ ਮਨਸੂਬੇ ਹੋਣ ਜਿਸ ਦੀ ਇਤਲਾ ਇਨਪੁਟਸ ਹੋਣ ਏਜੰਸੀਆਂ ਦੇ ਕੋਲ, ਤੇ ਦੂਜੇ ਪਾਸੇ ਪੰਜਾਬ ਪੁਲਿਸ ਤੋਂ ਲੈ ਕੇ ਪੰਜਾਬ ਦੀਆਂ ਤੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਮੁਸਤੈਦ ਹੋਣ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਦੀ ਗ੍ਰਿਫਤਾਰੀ ਦਾ ਖਦਸ਼ਾ ਜਤਾਇਆ ਹੈ। ਚੰਨੀ ਨੇ ਨਿਊਜ਼ 18 ਦੇ ਨਾਲ ਗੱਲਬਾਤ ਦੇ ਵਿੱਚ ਕਿਹਾ ਕਿ ਸਰਕਾਰ ਮੇਰੇ ਪਿੱਛੇ ਪਈ ਹੋਈ ਹੈ, ਮੇਰੇ ਬੈਂਕ ਅਕਾਊਂਟ ਖੰਗਾਲੇ ਜਾ ਰਹੇ ਨੇ, ਮੇਰੀ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ ਹੈ, ਮੈਨੂੰ ਅੰਦਰ ਕਰਨ ਦੇ ਤਰੀਕੇ ਲੱਭੇ ਜਾ ਰਹੇ ਨੇ। ਇਹ ਵਿਜੀਲੈਂਸ ਜਿਹੜਾ ਇੱਕ ਮਾਮਲੇ ਦੀ ਜਾਂਚ ਕਰ ਰਹੀ ਹੈ, ਕਹਿ ਰਹੇ ਨੇ ਕਿ ਬੇਟੇ ਦੀ ਮੈਰਿਜ ਦਾ ਜਿਹੜਾ ਖਰਚਾ ਵਾ ਉਹ ਚੁੱਕਿਆ ਹੈ, ਤੁਸੀਂ ਇਸਤੇਮਾਲ ਕੀਤਾ ਸਰਕਾਰੀ ਫੰਡ ਤੋਂ, ਔਰ ਇਸ ਦੀ ਸ਼ਿਕਾਇਤ ਆਈ ਹੈ। ਇਹ ਫੰਕਸ਼ਨ ਉਸ ਤੋਂ 1 ਮਹੀਨਾ 10 ਦਿਨ ਬਾਅਦ ਲਗਭਗ ਸੀਗਾ। ਜਦ ਮੇਰੇ ਬੇਟੇ ਦਾ ਵਿਆਹ ਹੋਇਆ ਉਦੋਂ ਇਸ ਫੰਕਸ਼ਨ ਦਾ ਨਾਂ ਤੇ ਵੀ ਨਹੀਂ ਸੀ ਕਿ ਇਦਾਂ ਦਾ ਕੋਈ ਫੰਕਸ਼ਨ ਵੀ ਹੋਣਾ। ਇਹ ਬਿਲਕੁਲ ਹੀ ਬੇਬੁਨਿਆਦ ਐਵੇਂ ਬਿਨਾਂ ਮਤਲਬ ਤੇ ਜੋੜ ਘਸੋੜ ਕੇ ਮੈਨੂੰ ਕਿਤੇ ਨਾ ਕਿਸੇ ਤਰੀਕੇ ਨਾਲ ਅੰਦਰ ਦੇਣਾ ਚਾਹੁੰਦੇ। ਇੱਕ ਨਹੀਂ ਪਤਾ ਨਹੀਂ ਇਹ ਜਿਹੇ ਕਿੰਨੇ ਜਿਹੇ ਹੋਰ ਕੇਸ ਖੋਲਣਗੇ। ਦਰਅਸਲ ਬਠਿੰਡਾ ਦੇ ਇੱਕ ਸ਼ਖਸ ਨੇ ਟੂਰਿਜ਼ਮ ਡਿਪਾਰਟਮੈਂਟ ਦੇ 2 ਅਫਸਰਾਂ ਦੇ ਖਿਲਾਫ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਦੇ ਵਿੱਚ ਇਲਜ਼ਾਮ ਲਗਾਇਆ ਗਿਆ ਕਿ ਪਿਛਲੇ ਸਾਲ 19 ਨਵੰਬਰ ਨੂੰ ਚਮਕੌਰ ਸਾਹਿਬ ਦੇ ਵਿੱਚ ਪ੍ਰਬੰਧਿਤ ਦਾਸਤਾਨ-ਏ ਸ਼ਹਾਦਤ ਸਮਾਗਮ 'ਚ ਕਰੋੜਾਂ ਰੁਪਏ ਦਾ ਘੁਟਾਲਾ ਹੋਇਆ ਸੀ। ਇਸ ਦੌਰਾਨ ਚੰਨੀ ਸੂਬੇ ਦੇ ਮੁੱਖ ਮੰਤਰੀ ਸਨ ਅਤੇ ਟੂਰਿਜ਼ਮ ਡਿਪਾਰਟਮੈਂਟ ਵੀ ਉਹਨਾਂ ਦੇ ਹੀ ਕੋਲ ਸੀ। ਖੈਰ ਇੱਕ ਪਾਸੇ ਵਿਜੀਲੈਂਸ ਦੇ ਕੋਲ ਸ਼ਿਕਾਇਤ ਬਠਿੰਡਾ ਦੇ ਸ਼ਖਸ ਦੇ ਵੱਲੋਂ ਕਰ ਦਿੱਤੀ ਗਈ ਤੇ ਦੂਜੇ ਪਾਸੇ ਸਾਬਕਾ ਸੀਐਮ ਖਦਸ਼ਾ ਜਤਾ ਰਹੇ ਨੇ ਕਿ ਸਭ ਕੁਝ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਹੋ ਰਿਹਾ ਹੈ। ਖੈਰ ਸਿਆਸੀ ਇਲਜ਼ਾਮ ਤਰਾਸ਼ੀਆਂ ਜਦੋਂ ਹੋਣ ਤੇ ਸਾਬਕਾ ਸੀਐਮ ਕਹਿਣ ਕਿ ਮੈਨੂੰ ਤਾਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ, ਫਿਰ ਫਰਕ ਤਾਂ ਪੈਂਦਾ ਹੈ। ਉਧਰ 1000 ਕਰੋੜ ਤੋਂ ਜ਼ਿਆਦਾ ਦੇ ਕਥਿਤ ਸਿੰਜਾਈ ਘੁਟਾਲੇ ਦੇ ਵਿੱਚ ਵਿਜੀਲੈਂਸ ਨੇ ਪੰਜਾਬ ਦੇ ਸਾਬਕਾ ਸਿੰਜਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਤੋਂ ਘੰਟਿਆਂ ਤੱਕ ਪੁੱਛ ਪੜਤਾਲ ਕੀਤੀ। ਸੇਖੋਂ ਨੂੰ ਮੋਹਾਲੀ ਦੇ ਵਿਜੀਲੈਂਸ ਬਿਊਰੋ ਦੇ ਹੈੱਡਕੁਆਰਟਰ ਸੱਦਿਆ ਗਿਆ ਸੀ। ਉਹ ਸਵੇਰੇ ਤਕਰੀਬਨ 9:30 ਵਜੇ ਪਹੁੰਚੇ ਅਤੇ ਸ਼ਾਮ ਨੂੰ ਕਰੀਬ 5:30 ਵਜੇ ਉਹ ਵਿਜੀਲੈਂਸ ਦੇ ਦਫ਼ਤਰ ਤੋਂ ਬਾਹਰ ਨਿਕਲੇ। ਪਹਿਲਾਂ ਤਾਂ ਸੇਖੋਂ ਨੇ ਪੁੱਛਗਿੱਛ ਨੂੰ ਲੈ ਕੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ, ਪਰ ਬਾਅਦ ਦੇ ਵਿੱਚ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਸਾਡਾ ਜਿਹੜਾ ਮੈਟਰ ਹੈ ਸਬ ਡਿਵੀਜ਼ਨ ਹੈ, ਹਾਈ ਕੋਰਟ 'ਚ ਪੈਂਡਿੰਗ ਹੈ, ਉਸ ਬਾਰੇ ਕੋਈ ਬਿਆਨ ਨਹੀਂ। ਸਰ ਤੁਸੀਂ ਕੁਝ ਤਾਂ ਕਹੋਗੇ ਆਪਣੇ ਲੈਵਲ ਤੇ, ਤੁਸੀਂ ਜਿਹੜੀ ਪੁੱਛਗਿੱਛ ਹੋਈ ਆਪਣੇ ਲੈਵਲ ਤੇ ਤਾਂ ਤੁਸੀਂ। ਮੈਂ ਆਪਦੇ ਲੈਵਲ ਤੇ ਇਹੀ ਕਹਿ ਸਕਦਾ ਹਾਂ ਕਿ ਸਰਕਾਰਾਂ ਦੂਸਰੀਆਂ ਪਾਰਟੀਆਂ ਨੂੰ ਬਦਨਾਮ ਕਰਨ ਵਾਸਤੇ ਸਾਰਾ ਕੁਝ ਕਰ ਰਹੀਆਂ। ਯਾਨੀ ਤੁਹਾਨੂੰ ਲੱਗਦਾ ਕਿ ਪੋਲੀਟੀਕਲੀ ਵੈਂਡੇਟਾ ਜਿਹੜਾ ਕਰਕੇ ਪੋਲੀਟੀਕਲ ਵੈਂਡੇਟਾ। ਸੇਖੋਂ ਤੋਂ ਪਹਿਲਾਂ ਵਿਜੀਲੈਂਸ ਸਾਬਕਾ ਸਿੰਜਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ।
ਹੁਣ ਤੱਕ ਦੀ ਜਾਂਚ ਅਤੇ ਢਿੱਲੋਂ ਤੋਂ ਕੀਤੇ ਗਏ ਸਵਾਲਾਂ ਦੇ ਜਵਾਬ ਦੇ ਆਧਾਰ ਦੇ ਉੱਤੇ ਜਨਮੇਜਾ ਸਿੰਘ ਸੇਖੋਂ ਤੋਂ ਸਵਾਲ ਕੀਤੇ ਗਏ ਨੇ। ਤਾਂ ਕਈ ਘੰਟਿਆਂ ਤੱਕ ਸਾਬਕਾ ਮੰਤਰੀ ਤੋਂ ਪੁੱਛਗਿੱਛ ਕੀਤੀ ਗਈ ਹੈ। ਵਿਜੀਲੈਂਸ ਦੀ ਰਡਾਰ ਤੇ ਨਜ਼ਰ ਆਉਂਦੇ ਨੇ। ਉਧਰ ਪੰਜਾਬ ਦੇ ਸਾਬਕਾ AIG ਆਸ਼ੀਸ਼ ਕਪੂਰ ਦੇ ਉੱਤੇ ਰੇਪ ਦੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਨੇ ਗਵਰਨਰ ਦੇ ਨਾਲ ਮੁਲਾਕਾਤ ਕੀਤੀ। ਪੀੜਤ ਮਹਿਲਾ ਨੇ ਮਾਮਲੇ ਦੀ ਜਾਂਚ ਸਾਬਕਾ IG ਕੁੰਵਰ ਵਿਜੇ ਪ੍ਰਤਾਪ ਦੀ ਪੁਰਾਣੀ ਟੀਮ ਤੋਂ ਕਰਵਾਏ ਜਾਣ ਦੀ ਅਪੀਲ ਕੀਤੀ ਤਾਂ ਕਿ ਸੱਚ ਸਾਹਮਣੇ ਆ ਸਕੇ। ਪੀੜਤਾ ਨੇ ਰਾਜਪਾਲ ਨੂੰ ਦੱਸਿਆ ਕਿ ਪੰਜਾਬ ਪੁਲਿਸ ਨੇ 5 ਸਾਲ ਦੇ ਵਿੱਚ ਸਿਰਫ ਇੱਕ ਕੇਸ ਦਰਜ ਕੀਤਾ, ਪਰ ਇਸ ਮਾमले ਦੇ ਵਿੱਚ ਵੀ ਸही कार्रवाई नहीं की। जब ये हुआ मैं जेल के अंदर से मैंने कैप्टन सर को भी मेल किया, लेटर लिखे, हैंड रिटन लेटर्स है मेरे। कैप्टन अमरिंदर सिंह CMC। हाँ जी, और सुप्रीम कोर्ट, हाई कोर्ट, DGP एवरीवेयर सर हर चीज को बोला, लेकिन वो हर चीज दबा लेता था। सर मेरी 181 पे भी कंप्लेंट है, जो आप एक वुमेन सेल होता है जो, उसको भी कंप्लेंट किया हुआ है सर। ਜ਼ਿਕਰ ਖਾਸ ਹੈ ਕਿ ਮਹਿਲਾ ਨੇ ਇਲਜ਼ਾਮ AIG ਆਸ਼ੀਸ਼ ਕਪੂਰ ਦੇ ਉੱਤੇ ਪੁਲਿਸ ਕਸਟਡੀ ਦੇ ਵਿੱਚ ਰੇਪ ਦੇ ਲਗਾਏ ਸਨ। तमाम ਇਲਜ਼ਾਮਾਂ ਦੇ ਬਾਅਦ ਤੋਂ AIG ਆਸ਼ੀਸ਼ ਕਪੂਰ ਫਿਲਹਾਲ ਜੇਲ੍ਹ ਦੇ ਵਿੱਚ ਹੀ ਬੰਦ ਨੇ। ਹੁਣ ਅੱਗੇ ਵਧਦੇ ਹਾਂ ਤੇ ਖਬਰ ਲਵਾਂਗੇ ਹਰਿਆਣਾ ਦੇ ਖੇਡ ਮੰਤਰੀ ਦੇ ਨਾਲ ਜੁੜੀ ਹੋਈ। ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਦੇ ਉੱਤੇ ਛੇੜਖਾਨੀ ਦਾ ਇਲਜ਼ਾਮ ਲਗਾਉਣ ਵਾਲੀ ਮਹਿਲਾ ਕੋਚ ਚੰਡੀਗੜ੍ਹ ਪੁਲਿਸ ਦੇ ਵਿੱਚ ਸ਼ਿਕਾਇਤ ਦੇਣ ਪਹੁੰਚ ਗਈ। ਮਹਿਲਾ ਕੋਚ ਨੇ ਦੱਸਿਆ ਕਿ ਉਹਨਾਂ ਦੀ ਆਵਾਜ਼ ਚੁੱਕਣ ਤੋਂ ਬਾਅਦ ਤੋਂ ਹੀ ਉਹਨਾਂ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ, ਜਿਸ ਗੱਲ ਦੀ ਸ਼ਿਕਾਇਤ ਕਰਨ ਉਹ SSP ਚੰਡੀਗੜ੍ਹ ਦੇ ਕੋਲ ਪਹੁੰਚੇ ਨੇ। एक्चुअली मेरी ज्वाइनिंग, जो मेरा अपॉइंटमेंट लेटर था OSP में जूनियर कोच, वो मुझे मिला है सितंबर में, और ये हैं सबूत, क्योंकि मैं अब चीज़ें, मुझे काफ़ी धमकियां मिल रही हैं, मुझे अभी तक कोई पुलिस प्रोटेक्शन नहीं मिला है। इन्होंने मेरे को 13 मई को इन्होंने मुझे जो स्नैपचैट से जो है मुझसे बात कर रहे थे, ये वो कॉन्फिडेंशियल रिपोर्ट है विद टाइमिंग, ये वो स्क्रीनशॉट है जो स्नैपचैट आईडी पे इनका मैंने लिया, और इन्होंने मुझे बोला था ये आप तो जॉब में कन्फर्म है। ये देखिए 13 मई की ये है। ਮਹਿਲਾ ਕੋਚ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਖੇਡ ਮੰਤਰੀ ਦੇ ਉੱਤੇ ਸਰਕਾਰੀ ਰਿਹਾਇਸ਼ ਦੇ ਵਿੱਚ ਬੁਲਾ ਕੇ ਉਸ ਨਾਲ ਛੇੜਛਾੜ ਕਰਨ ਦਾ ਇਲਜ਼ਾਮ ਲਗਾਇਆ ਸੀ। ਮਹਿਲਾ ਕੋਚ ਨੇ ਇਹ ਵੀ ਕਿਹਾ ਸੀ ਕਿ ਇਸ ਤੋਂ ਪਹਿਲਾਂ ਹੋਰ ਵੀ ਮਹਿਲਾ ਖਿਡਾਰੀਆਂ ਦੇ ਨਾਲ ਖੇਡ ਮੰਤਰੀ ਗਲਤ ਕੰਮ ਕਰ ਚੁੱਕੇ ਨੇ। ਵਿਵਾਦ ਉੱਠਣ ਤੋਂ ਬਾਅਦ ਖੇਡ ਮੰਤਰੀ ਸੰਦੀਪ ਸਿੰਘ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਖਿਲਾਫ ਸਾਜ਼ਿਸ਼ ਰਚੀ ਗਈ ਹੈ ਅਤੇ ਉਹਨਾਂ ਨੇ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਸੀ। ਖੈਰ ਖੇਡ ਮੰਤਰੀ ਹਰਿਆਣਾ ਦੇ ਸੰਦੀਪ ਸਿੰਘ ਤਾਂ ਸਾਰੇ ਇਲਜ਼ਾਮਾਂ ਨੂੰ ਨਕਾਰ ਰਹੇ ਨੇ, ਪਰ ਜਦੋਂ ਮੌਜੂਦਾ ਮੰਤਰੀ ਦੇ ਉੱਤੇ ਜਿਨ੍ਹਾਂ ਦੇ ਕੋਲ ਵੱਡਾ ਅਹੁਦਾ ਹੈ, ਖੇਡ ਡਿਪਾਰਟਮੈਂਟ ਹੈ ਪੂਰਾ, ਤੇ ਇੱਕ ਮਹਿਲਾ ਕੋਚ ਇਲਜ਼ਾਮ ਲਗਾਵੇ ਛੇੜਖਾਨੀ ਦੇ, ਫਿਰ ਫਰਕ ਤਾਂ ਪੈਂਦਾ ਹੈ। ਉਹਦੇ TV ਅਦਾਕਾਰਾ ਤਨੀਸ਼ਾ ਸ਼ਰਮਾ ਦੀ ਮਾਂ ਵਨੀਤਾ ਸ਼ਰਮਾ ਨੇ ਸ਼ਜਾਨ ਖਾਨ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ। ਬਕਾਇਦਾ ਤਨੀਸ਼ਾ ਦੇ ਮਦਰ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਤੁਨੀਸ਼ਾ ਦੀ ਮਾਤਾ ਨੇ ਸ਼ਜਾਨ ਦੇ ਉੱਤੇ ਉਹਨਾਂ ਦੀ ਬੇਟੀ ਦਾ ਇਸਤੇਮਾਲ ਕਰਨ ਦਾ ਇਲਜ਼ਾਮ ਲਗਾਇਆ। ਮਾਂ ਨੇ ਦੱਸਿਆ ਕਿ ਸ਼ਜਾਨ ਦੇ ਨਾਲ ਬ੍ਰੇਕਅਪ ਤੋਂ ਬਾਅਦ ਤੁਨੀਸ਼ਾ ਕਾਫੀ ਪਰੇਸ਼ਾਨ ਰਹਿੰਦੀ ਸੀ। मेरे को तनीषा ने बोला कि मम्मी मेरे साथ धोखा हुआ है, मेरे को यूज़ किया गया है, मम्मा शिजान को बोलो कि वो वापस आ जाए। मैंने शिजान से बात की, मैं क्या शिजान ये क्या है कि तूने तनीषा के साथ ऐसा क्यों किया? कहता आंटी सॉरी मैं कुछ नहीं कर सकता, जो करना करो। इन्ना ही नहीं, वनीता शर्मा ने इल्जाम लगाया कि शिजान दा परिवार उन्हां दी बेटी दे उत्ते मुस्लिम धर्म अपनाउण दा दबाव भी बनाउंदा सी। क्योंकि तनीषा मैं बताऊं सुसाइड करने वाली नहीं थी, कुछ ना कुछ वो क्योंकि उसने शिजान के रूम में की है, कुछ ना कुछ कोई ना कोई बात हुई है। शिजान को पहले नहीं पता था तनीषा की एज क्या है, उसको ये नहीं पता था इसका धर्म क्या है। शिजान को सजा होनी चाहिए, उसको छोड़ना नहीं है बस। 24 ਦਸੰਬਰ ਨੂੰ ਮੁੰਬਈ 'ਚ ਸ਼ੂਟਿੰਗ ਦੇ ਸੈੱਟ ਦੇ ਉੱਤੇ ਹੀ ਫਾਂਸੀ ਲਗਾ ਕੇ ਤੁਨੀਸ਼ਾ ਨੇ ਖੁਦਕੁਸ਼ੀ ਕਰ ਲਈ ਸੀ। 20 ਸਾਲ ਦੀ ਤੁਨੀਸ਼ਾ ਇੱਕ 뮤직 ਵੀਡੀਓ ਸ਼ੂਟ ਕਰਨ ਵਾਲੀ ਸੀ। ਸੈੱਟ ਦੇ ਉੱਤੇ ਲੋਕਾਂ ਨੇ ਉਹਨਾਂ ਨੂੰ ਫਾਂਸੀ ਦੇ ਉੱਤੇ ਝੂਲਦਾ ਵੇਖਿਆ ਤਾਂ ਉਤਾਰ ਕੇ ਹਸਪਤਾਲ ਪਹੁੰਚਾਇਆ ਗਿਆ, ਪਰ ਰਾਹ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ। ਤਾਂ ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿ ਆਖਿਰ ਤੁਨੀਸ਼ਾ ਨੇ ਖੁਦਕੁਸ਼ੀ ਕਿਉਂ ਕੀਤੀ। ਪਰਿਵਾਰ ਤਾਂ ਖਦਸ਼ਾ ਇੱਥੋਂ ਤੱਕ ਜਤਾ ਰਿਹਾ ਹੈ ਕਿ ਤੁਨੀਸ਼ਾ ਖੁਦਕੁਸ਼ੀ ਨਹੀਂ ਕਰ ਸਕਦੀ। ਖੈਰ ਜਾਂਚ ਦਾ ਵਿਸ਼ਾ ਜ਼ਰੂਰ ਹੈ, ਖੁਦਕੁਸ਼ੀ ਸੀ ਜਾਂ ਫਿਰ ਖੁਦਕੁਸ਼ੀ ਦੇ ਲਈ ਉਕਸਾਇਆ ਗਿਆ ਜਾਂ ਫਿਰ ਮਾਮਲਾ ਕੁਝ ਹੋਰ ਹੈ। ਪੁਲਿਸ ਜਾਂਚ ਕਰ ਰਹੀ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਹੈ ਕੇਂਦਰ ਸਰਕਾਰ ਦੇ ਵੱਲੋਂ ਨਵੇਂ ਸਾਲ ਦੇ ਉੱਤੇ ਲੋਕਾਂ ਨੂੰ ਦਿੱਤੇ ਗਏ ਤੋਹਫੇ ਦੇ ਨਾਲ ਜੁੜੀ ਹੋਈ ਸਮਾਲ ਸੇਵਿੰਗ ਸਕੀਮ ਦੇ ਵਿੱਚ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ।
ਸਰਕਾਰ ਨੇ 1 ਤੋਂ 5 ਸਾਲ ਦੀ ਮਿਆਦ ਦੀ ਪੋਸਟ ਆਫਿਸ ਟਰਮ ਡਿਪੋਜ਼ਿਟ ਸਕੀਮਸ ਦੇ ਉੱਤੇ ਵਿਆਜ ਦਰਾਂ 1 ਜਨਵਰੀ ਤੋਂ 1.1% ਤੱਕ ਵਧਾ ਦਿੱਤੀਆਂ ਨੇ। ਮੰਥਲੀ ਇਨਕਮ ਯੋਜਨਾ ਦੇ ਵਿੱਚ ਵੀ ਵਿਆਜ ਦੀ ਦਰ 6.7% ਤੋਂ ਵਧਾ ਕੇ 7.1% ਕਰ ਦਿੱਤੀ ਗਈ ਹੈ। ਹਾਲਾਂਕਿ ਪੀਪੀਐਫ ਦੀਆਂ ਵਿਆਜ ਦਰਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਗਿਆ। ਨਵੀਂ ਨੋਟੀਫਿਕੇਸ਼ਨ ਦੇ ਮੁਤਾਬਿਕ ਜਨਵਰੀ ਤੋਂ ਮਾਰਚ ਦੀ ਤਿਮਾਹੀ ਦੇ ਲਈ ਕੁਝ ਸੇਵਿੰਗ ਸਕੀਮਸ ਦੇ ਉੱਤੇ ਵਿਆਜ ਦਰਾਂ ਦੇ ਵਿੱਚ 0.20 ਤੋਂ 1.10% ਤੱਕ ਵਾਧਾ ਕੀਤਾ ਗਿਆ ਹੈ। ਪਬਲਿਕ ਪ੍ਰੋਵੀਡੈਂਟ ਫੰਡ ਸਕੀਮ ਦੇ ਵਿਆਜ ਦਰ ਦੇ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਕਿਸਾਨ ਵਿਕਾਸ ਪੱਤਰ ਦੇ ਵਿਆਜ ਦਰ ਦੇ ਵਿੱਚ ਸਰਕਾਰ ਨੇ ਇਜ਼ਾਫਾ ਕੀਤਾ ਹੈ। 123 ਮਹੀਨੇ ਦੇ ਲਈ ਕਿਸਾਨ ਵਿਕਾਸ ਪੱਤਰ ਦੇ ਉੱਤੇ ਦਸੰਬਰ ਤਿਮਾਹੀ 'ਚ 7% ਵਿਆਜ ਦਰ ਮਿਲ ਰਹੀ ਸੀ, ਜੋ ਹੁਣ 7.2% ਮਿਲੇਗੀ। ਤੇ ਨਵੇਂ ਸਾਲ ਤੋਂ ਪਹਿਲਾਂ ਇੱਕ ਤੋਹਫਾ ਜ਼ਰੂਰ ਹੈ, ਖਾਸ ਤੌਰ ਤੇ ਉਹਨਾਂ ਲੋਕਾਂ ਦੇ ਲਈ ਜੋ ਸੇਵਿੰਗਸ ਕਰਦੇ ਨੇ ਪੋਸਟ ਆਫਿਸ ਦੇ ਵਿੱਚ ਜਾ ਕੇ, ਜਿਨ੍ਹਾਂ ਨੇ ਸੇਵਿੰਗਸ ਕੀਤੀਆਂ ਹੋਈਆਂ ਨੇ। ਵਿਆਜ ਹੁਣ ਤੁਹਾਨੂੰ ਜ਼ਿਆਦਾ ਮਿਲੇਗਾ ਨਵੇਂ ਸਾਲ ਤੋਂ। ਅੱਗੇ ਵਧਦੇ ਹਾਂ ਤੇ ਵਾਰੀ ਅੱਜ ਦੇ ਸਵਾਲ ਦੀ। ਸਵਾਲ ਕਿਉਂਕਿ ਨਵੇਂ ਸਾਲ ਦੇ ਉੱਤੇ ਤੋਹਫਾ ਦਿੱਤਾ ਜਾ ਰਿਹਾ ਹੈ, ਸੈਂਟਰ ਦੇ ਵੱਲੋਂ ਵਿਆਜ ਦਰਾਂ ਦੇ ਵਿੱਚ ਇਜ਼ਾਫਾ ਕੀਤਾ ਗਿਆ ਹੈ। ਇਸ ਕਰਕੇ ਕਿਉਂਕਿ ਆਰਬੀਆਈ ਦੇ ਨਾਲ ਕਨੈਕਟਡ ਹੈ ਸਾਰਾ, ਰਿਜ਼ਰਵ ਬੈਂਕ ਆਫ ਇੰਡੀਆ ਦੇ ਨਾਲ, ਤੇ ਇਸ ਕਰਕੇ ਅਸੀਂ ਸਵਾਲ ਵੀ ਉਹਨਾਂ ਦੇ ਨਾਲ ਜੁੜਿਆ ਪੁੱਛ ਰਹੇ ਹਾਂ। ਆਰਬੀਆਈ ਦੇ ਪਹਿਲੇ ਗਵਰਨਰ ਕੌਣ ਸਨ? 4 ਆਪਸ਼ਨ ਤੁਹਾਨੂੰ ਦੇ ਰਹੇ ਹਾਂ। ਜੇਮਸ ਬ੍ਰੇਡ ਟੇਲਰ, ਬੀ ਬੈਨਿਗਲ ਰਾਮਾਰਾਓ, ਜਾਂ ਫਿਰ ਆਪਸ਼ਨ ਸੀ ਪੀਸੀ ਭੱਟਾਚਾਰੇ, ਜਾਂ ਆਪਸ਼ਨ ਡੀ ਓਸਬੋਰਨ ਸਮਿਥ। ਤਾਂ 4 ਆਪਸ਼ਨਸ ਦੇ ਵਿੱਚੋਂ ਸਹੀ ਆਪਸ਼ਨ ਕਿਹੜੀ ਹੈ ਉਹ ਅਸੀਂ ਤੁਹਾਨੂੰ ਦੱਸਾਂਗੇ ਪੂਰੀ ਜਾਣਕਾਰੀ ਦੇ ਨਾਲ ਕਿ ਕਦੋਂ ਪਹਿਲੇ ਗਵਰਨਰ ਬਣੇ, ਕਦੋਂ ਤੋਂ ਲੈ ਕੇ ਕਦੋਂ ਤੱਕ ਇਹ ਗਵਰਨਰ ਰਹੇ। ਆਰਬੀਆਈ ਦੇ ਇਹ ਪੂਰੀ ਜਾਣਕਾਰੀ ਪ੍ਰੋਗਰਾਮ ਦੇ ਦੌਰਾਨ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ। ਅੱਗੇ ਵਧਦੇ ਤੇ ਗੱਲ ਪੰਜਾਬ ਦੇ ਸਰਕਾਰੀ ਸਕੂਲਾਂ ਦੀ। ਪੰਜਾਬ ਸਰਕਾਰ ਨੇ ਪੰਜਾਬ ਦੇ 56 ਸਕੂਲਾਂ ਦੇ ਨਾਮ ਬਦਲਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਨੇ। ਤੇ ਜਿਹੜੇ ਸਕੂਲਾਂ ਦੇ ਨਾਮਾਂ ਦੇ ਵਿੱਚ ਜਾਤੀ ਸੂਚਕ ਸ਼ਬਦ ਆਉਂਦੇ ਨੇ, ਉਹਨਾਂ ਸਕੂਲਾਂ ਦੇ ਨਾਮ ਬਦਲੇ ਜਾਣਗੇ ਤੇ ਗੁਰੂਆਂ ਤੇ ਸ਼ਹੀਦਾਂ ਦੇ ਨਾਮ ਦੇ ਉੱਤੇ ਇਹਨਾਂ ਸਕੂਲਾਂ ਦੇ ਨਾਮ ਰੱਖੇ ਜਾਣਗੇ। ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦੇ ਅਜਿਹੇ ਹੀ ਇੱਕ ਸਕੂਲ ਦਾ ਨਿਊਜ਼ 18 ਨੇ ਜਾਇਜ਼ਾ ਲਿਆ, ਜਿਸ ਦਾ ਨਾਮ ਹੈ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਚਮਾਰ ਛਪੜੀ। ਮਤਲਬ ਹੁਣ ਉਹਦਾ ਨਾਂ ਹੈਗਾ ਚਮਾਰ ਛਪੜੀ, ਪਰ ਉਹ ਜਿਸ ਤਰ੍ਹਾਂ ਸਹੀ ਨਹੀਂ ਲੱਗਦਾ ਹੈਗਾ, ਜਿੱਦਾਂ ਜਾਤੀ ਸੂਚਕ ਸ਼ਬਦ ਹੈਗਾ ਉਹ ਸਹੀ ਨਹੀਂ ਲੱਗਦਾ ਹੈਗਾ। ਪਹਿਲਾਂ ਵੀ ਅਸੀਂ ਮਤੇ ਪਾ ਕੇ ਦਿੱਤੇ ਆ, ਤਾਂ ਹੁਣ ਸਕੂਲ ਵੱਲੋਂ ਵੀ ਪਤਾ ਹੁਣੇ ਥੋੜੇ ਕੁ ਦਿਨ ਹੋਏ, 10-15 ਦਿਨ ਹੋਏ ਆ, ਦੁਬਾਰਾ ਫਿਰ ਪਾ ਕੇ ਦਿੱਤਾ ਸੀ। ਤੇ ਇਹਦਾ ਵੀ ਨਾਂ, ਸਾਡੇ ਸਕੂਲ ਦਾ ਨਾਂ ਵੀ ਰਾਮਨਗਰ ਰੱਖਿਆ ਜਾਵੇ। ਪਿੰਡ ਦੀ ਸਰਪੰਚ ਨੇ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਸਰਪੰਚ ਜਸਵਿੰਦਰ ਕੌਰ ਮੁਤਾਬਕ ਉਹਨਾਂ ਨੇ ਕਈ ਵਾਰ ਸਕੂਲ ਦਾ ਨਾਮ ਬਦਲਣ ਦੇ ਲਈ ਮਤੇ ਵੀ ਪਾਏ ਸਨ। ਹਾਂਜੀ, ਅਸੀਂ ਤਾਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਸਰਕਾਰ ਨੇ ਜਿਹੜਾ ਡਿਸੀਜਨ ਲਿਆ ਬਹੁਤ ਵਧੀਆ ਲਿਆ ਹੈ। ਜ਼ਿਕਰ ਖਾਸ ਹੈ ਕਿ ਪੰਜਾਬ ਦੇ 28 ਸਕੂਲਾਂ ਦੇ ਨਾਮਾਂ 'ਚ ਬਸਤੀ ਬਾਜ਼ੀਗਰ ਆਉਂਦਾ ਹੈ ਤੇ ਹੋਰਨਾਂ ਸਕੂਲਾਂ ਦੇ ਨਾਮਾਂ 'ਚ ਜਾਤੀ ਸੂਚਕ ਸ਼ਬਦਾਂ ਦਾ ਜ਼ਿਕਰ ਮਿਲਦਾ ਹੈ ਤੇ ਲੋਕ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰ ਰਹੇ ਨੇ। ਤਾਂ ਸਕੂਲਾਂ ਦੇ ਨਾਮ ਬਦਲੇ ਜਾ ਰਹੇ ਨੇ। 56 ਸਕੂਲਾਂ ਦੇ ਨਾਮ ਆਲ ਓਵਰ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੈ, ਜਿਨ੍ਹਾਂ ਦੇ ਵਿੱਚ ਜਾਤੀ ਸੂਚਕ ਸ਼ਬਦ ਨੇ, ਉਹਨਾਂ ਨੂੰ ਬਦਲਣ ਦੇ ਆਦੇਸ਼ ਦੇ ਦਿੱਤੇ ਗਏ ਨੇ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਹੈ ਮੋਹਾਲੀ ਤੋਂ। ਮੋਹਾਲੀ ਦੇ ਮੇਅਰ ਨੂੰ ਹਟਾ ਦਿੱਤਾ ਗਿਆ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਵੱਲੋਂ ਇੱਕ ਵੱਡਾ ਐਕਸ਼ਨ ਕੀਤਾ ਗਿਆ। ਅਮਰਜੀਤ ਸਿੱਧੂ ਦੇ ਖਿਲਾਫ ਮੇਅਰ ਦੇ ਅਹੁਦੇ ਤੋਂ ਉਹਨਾਂ ਨੂੰ ਹਟਾ ਦਿੱਤਾ ਗਿਆ ਹੈ। ਸਥਾਨਕ ਸਰਕਾਰਾਂ ਵਿਭਾਗ ਨੇ ਇਹ ਐਕਸ਼ਨ ਲਿਆ ਤੇ ਸਿੱਧੂ ਦੇ ਉੱਤੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਲਗਾਏ ਗਏ। ਸਿੱਧੂ ਤੇ ਆਪਣੀ ਹੀ ਕੋਆਪਰੇਟਿਵ ਸੁਸਾਇਟੀ ਨੂੰ ਮੇਅਰ ਦੇ ਅਹੁਦੇ ਉੱਤੇ ਰਹਿੰਦੇ ਹੋਏ ਟੈਂਡਰ ਅਲਾਟ ਕਰਨ ਦਾ ਇਲਜ਼ਾਮ ਲੱਗਿਆ। ਔਰ ਕਾਬਿਲੇ ਗੌਰ ਵੀ ਹੈ ਕਿ ਜੋ ਜਾਣਕਾਰੀ ਦਿੱਤੀ ਗਈ ਸਥਾਨਕ ਸਰਕਾਰਾਂ ਵਿਭਾਗ ਦੇ ਵੱਲੋਂ ਕਿ 19 ਨਵੰਬਰ ਨੂੰ ਸਿੱਧੂ ਨੂੰ ਨੋਟਿਸ, ਅਮਰਜੀਤ ਸਿੱਧੂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਤੁਸੀਂ 15 ਦਿਨਾਂ ਦੇ ਅੰਦਰ ਆਪਣਾ ਜਵਾਬ ਦਿਵੋ, ਯਾਨੀ ਕਿ 4-5 ਦਸੰਬਰ ਦੇ ਆਸ-ਪਾਸ ਤੱਕ ਉਹਨਾਂ ਨੇ ਜਵਾਬ ਦੇਣਾ ਸੀ। ਤੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਉਹਨਾਂ ਦੇ ਵੱਲੋਂ ਢੁਕਵਾਂ ਜਵਾਬ, ਉਹਨਾਂ ਦੇ ਵੱਲੋਂ ਜਵਾਬ ਨਹੀਂ ਦਿੱਤਾ ਗਿਆ ਤੇ ਉਸ ਤੋਂ ਬਾਅਦ ਹੁਣ ਐਕਸ਼ਨ ਲੈ ਲਿਆ ਗਿਆ ਹੈ। ਇਹ ਵੀ ਤੁਹਾਨੂੰ ਦੱਸ ਦਈਏ ਕਿ ਅਮਰਜੀਤ ਸਿੰਘ ਸਿੱਧੂ ਸਾਬਕਾ ਮੰਤਰੀ, ਜੋ ਸਿਹਤ ਮੰਤਰੀ ਸੀ, ਮੋਹਾਲੀ ਤੋਂ ਵਿਧਾਇਕ ਰਹੇ ਨੇ, ਸਾਬਕਾ ਬਲਬੀਰ ਸਿੰਘ ਸਿੱਧੂ ਦੇ ਭਰਾ ਨੇ। ਔਰ ਮੋਹਾਲੀ ਦੇ ਵਿੱਚ ਜਿੱਤ ਤੋਂ ਬਾਅਦ ਅਮਰਜੀਤ ਸਿੱਧੂ ਮੇਅਰ ਬਣੇ ਸੀ। ਕਾਬਿਲੇ ਗੌਰ ਇਹ ਵੀ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਬਲਬੀਰ ਸਿੰਘ ਸਿੱਧੂ ਵੀ ਬੀਜੇਪੀ ਨੂੰ ਜੁਆਇਨ ਕਰ ਚੁੱਕੇ ਨੇ ਤੇ ਅਮਰਜੀਤ ਸਿੱਧੂ ਨੇ ਵੀ ਬੀਜੇਪੀ ਜੁਆਇਨ ਕਰ ਲਈ ਸੀ। ਤਾਂ ਹੁਣ ਬੀਜੇਪੀ ਦੇ ਆਗੂ ਕਹਾਉਂਦੇ ਨੇ ਅਮਰਜੀਤ ਸਿੱਧੂ, ਜਿਨ੍ਹਾਂ ਦੇ ਉੱਤੇ ਸਥਾਨਕ ਸਰਕਾਰਾਂ ਵਿਭਾਗ ਦੇ ਵੱਲੋਂ ਇਹ ਐਕਸ਼ਨ ਲਿਆ ਗਿਆ ਹੈ। ਔਰ ਕਾਬਿਲੇ ਗੌਰ ਇਹ ਵੀ ਹੈ ਕਿ ਅਮਰਜੀਤ ਸਿੱਧੂ ਨੂੰ ਨਾ ਸਿਰਫ ਅਹੁਦੇ ਤੋਂ ਹਟਾਇਆ ਗਿਆ, ਯਾਨੀ ਕਿ ਨਾ ਸਿਰਫ ਮੇਅਰ ਦੇ ਅਹੁਦੇ ਤੋਂ ਹਟਾਇਆ ਗਿਆ, ਬਲਕਿ ਜੋ ਕਾਉਂਸਲਰ ਚੁਣ ਕੇ ਆਏ ਸੀ ਉਹਨਾਂ ਦੀ ਮੈਂਬਰਸ਼ਿਪ ਨੂੰ ਵੀ ਡਿਸਕੁਆਲੀਫਾਈ ਕਰ ਦਿੱਤਾ ਗਿਆ ਹੈ। ਮੈਂਬਰਸ਼ਿਪ ਤੋਂ ਵੀ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਮਤਲਬ ਇਹ ਹੈ ਕਿ ਜੋ
ਕੁਝ ਸਮਾਂ ਪਹਿਲਾਂ ਤੱਕ ਮੋਹਾਲੀ ਦੇ ਮੇਅਰ ਸੀ, ਨਾ ਹੁਣ ਉਹ ਮੇਅਰ ਨੇ ਤੇ ਨਾ ਹੀ ਆਪਣੇ ਵਾਰਡ ਦੇ ਕਾਉਂਸਲਰ ਨੇ, ਕਿਉਂਕਿ ਉਹਨਾਂ ਨੂੰ ਹਟਾ ਦਿੱਤਾ ਗਿਆ ਸਥਾਨਕ ਸਰਕਾਰਾਂ ਵਿਭਾਗ ਦੇ ਵੱਲੋਂ। ਅਮਰਜੀਤ ਸਿੱਧੂ ਹੁਣ ਅੱਗੇ ਕੀ ਰਣਨੀਤੀ ਬਣਾਉਂਦੇ ਨੇ, ਕਿਸ ਤਰੀਕੇ ਨਾਲ ਇਸ ਫੈਸਲੇ ਨੂੰ ਲੈ ਕੇ ਅੱਗੇ ਉਹ ਕਦਮ ਵਧਾਉਂਦੇ ਨੇ, ਉਸ ਦੇ ਉੱਤੇ ਨਜ਼ਰ ਜ਼ਰੂਰ ਰਹੇਗੀ। ਖੈਰ, ਜਦੋਂ ਕਿਸੇ ਸ਼ਖਸ ਦੇ ਉੱਤੇ ਜੋ ਮੇਅਰ ਦੇ ਅਹੁਦੇ ਉੱਤੇ ਰਿਹਾ ਹੋਵੇ ਜਾਂ ਮੇਅਰ ਦੇ ਅਹੁਦੇ ਉੱਤੇ ਹੋਵੇ ਇਲਜ਼ਾਮ ਲੱਗੇ ਕਿ ਆਪਣੇ ਹੀ ਚਹੇਤਿਆਂ ਨੂੰ ਜਾਂ ਫਿਰ ਕੋਆਪਰੇਟਿਵ ਸੁਸਾਇਟੀ ਜਿਸ ਦੇ ਵਿੱਚ ਉਹ ਮੈਂਬਰ ਸੀ ਉਸ ਨੂੰ ਹੀ ਟੈਂਡਰ ਦੇ ਦਿੱਤੇ ਗਏ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬਾ ਪੰਜ ਤੱਤਾਂ ਦੇ ਵਿੱਚ ਵਿਲੀਨ ਹੋ ਗਏ। ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਮੁਖਾਗਨੀ ਦਿੱਤੀ। ਪ੍ਰਧਾਨ ਮੰਤਰੀ ਮੋਦੀ ਅੰਤਿਮ ਸਫ਼ਰ ਦੇ ਵਿੱਚ ਮਾਂ ਦੀ ਮ੍ਰਿਤਕ ਦੇਹ ਨੂੰ ਮੋਢੇ ਦੇ ਉੱਤੇ ਲੈ ਕੇ ਗਾਂਧੀਨਗਰ ਘਰ ਤੋਂ ਨਿਕਲੇ। ਉਹ ਸ਼ਵ ਵਾਹਨ ਦੇ ਵਿੱਚ ਵੀ ਮ੍ਰਿਤਕ ਦੇਹ ਦੇ ਨੇੜੇ ਬੈਠੇ ਰਹੇ। ਹੀਰਾਬਾ ਮੋਦੀ ਦਾ ਤੜਕੇ ਸਵੇਰੇ 3:30 ਵਜੇ UN ਮਹਿਤਾ ਹਸਪਤਾਲ ਦੇ ਵਿੱਚ ਦੇਹਾਂਤ ਹੋਇਆ। ਉਹ 100 ਵਰ੍ਹਿਆਂ ਦੇ ਸਨ। ਮੰਗਲਵਾਰ ਦੇਰ ਰਾਤ ਸਾਹ ਲੈਣ ਦੇ ਵਿੱਚ ਤਕਲੀਫ ਹੋਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ। ਉਹਨਾਂ ਨੂੰ ਕਫ ਦੀ ਸ਼ਿਕਾਇਤ ਵੀ ਸੀ। ਮੋਦੀ ਨੇ ਖੁਦ ਹੀ ਉਹਨਾਂ ਦੇ ਦੇਹਾਂਤ ਦੀ ਜਾਣਕਾਰੀ ਟਵੀਟ ਦੇ ਜ਼ਰੀਏ ਦਿੱਤੀ। ਮੋਦੀ ਨੇ ਆਪਣਾ ਕੋਈ ਤੈਅ ਕਾਰਜਕ੍ਰਮ ਰੱਦ ਨਹੀਂ ਕੀਤਾ। ਉਹ ਅੰਤਿਮ ਸੰਸਕਾਰ ਤੋਂ ਬਾਅਦ ਸਿੱਧਾ ਅਹਿਮਦਾਬਾਦ ਦੇ ਰਾਜ ਭਵਨ ਗਏ। ਉੱਥੋਂ ਹੀ ਬੰਗਾਲ ਦੇ ਵਿੱਚ ਹੋ ਰਹੀ ਕੌਮੀ ਗੰਗਾ ਪਰਿਸ਼ਦ ਦੀ ਬੈਠਕ ਦੇ ਵਿੱਚ ਵਰਚੁਅਲੀ ਜੁੜੇ। ਉਹਨਾਂ ਨੇ ਹਾਵੜਾ ਨੂੰ ਨਿਊ ਜਲਪਾਈਗੁੜੀ ਦੇ ਨਾਲ ਜੋੜਨ ਵਾਲੀ ਵੰਦੇ ਭਾਰਤ ਟ੍ਰੇਨ ਦੀ ਸੌਗਾਤ ਵੀ ਦਿੱਤੀ। ਹੁਣ ਅੱਗੇ ਵਧਦੇ ਹਾਂ ਤੇ ਖਬਰ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਹੋਈ। ਸਿੱਧੂ ਮੂਸੇਵਾਲਾ ਬੇਸ਼ੱਕ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਪਰ ਮੂਸੇਵਾਲਾ ਦਾ ਕ੍ਰੇਜ਼ ਹੁਣ ਵੀ ਲੋਕਾਂ ਦੇ ਸਿਰ ਚੜ ਕੇ ਬੋਲ ਰਿਹਾ। ਪਤੰਗਬਾਜ਼ੀ ਦਾ ਸੀਜ਼ਨ ਹੈ ਤੇ ਇਸ ਵਾਰ ਅਸਮਾਨ ਦੇ ਵਿੱਚ ਪਤੰਗ ਗੁੱਡੀਆਂ ਚੜੀਆਂ ਨਜ਼ਰ ਆ ਰਹੀਆਂ ਨੇ ਮੂਸੇਵਾਲੇ ਦੀ। ਤੇ ਮੂਸੇਵਾਲਾ ਦੇ ਟੈਟੂ ਟੀ-ਸ਼ਰਟਾਂ ਤੋਂ ਬਾਅਦ ਹੁਣ ਬਾਜ਼ਾਰਾਂ ਦੇ ਵਿੱਚ ਮੂਸੇਵਾਲਾ ਦੀ ਫੋਟੋ ਵਾਲੇ ਵਿਕ ਰਹੇ ਨੇ ਪਤੰਗ। ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਨੇ। ਬੱਚਿਆਂ 'ਚ ਇਹਨਾਂ ਪਤੰਗਾਂ ਨੂੰ ਖਰੀਦਣ ਦਾ ਖਾਸਾ ਕਰੇਜ਼ ਵੀ ਵੇਖਣ ਨੂੰ ਮਿਲਿਆ। ਸਿੱਧੂ ਬਾਈ ਦੀਆਂ ਟੀ-ਸ਼ਰਟਾਂ ਵਿਕਦੀਆਂ ਸੀ, ਪੋਸਟਰ ਵਿਕਦੇ ਸੀ, ਅੱਜ ਉੱਥੇ ਪਤੰਗ ਵਿਕ ਰਹੇ ਨੇ। ਅਸੀਂ ਇਕੱਠੇ 10 ਪਤੰਗ ਲੈ ਕੇ ਜਾਣੇ ਆ ਤੇ ਚੜਾਉਣੇ। ਅਸੀਂ ਸਿੱਧੂ ਬਾਈ ਦੇ ਪੂਰੇ ਵੱਡੇ ਫੈਨ ਆ। ਮੈਂ ਉਰੇ ਦੁਕਾਨ ਤੋਂ ਸਿੱਧੂ ਮੂਸੇਵਾਲੇ ਦੇ ਪਤੰਗ ਲੈਣ ਆਇਆਗਾ। ਉਰੇ 15-20 ਪਤੰਗ ਲੈ ਕੇ ਆਉਂਗਾ। ਅਸੀਂ ਬਾਈ ਨੂੰ ਸਿੱਧੂ ਨੂੰ ਬਹੁਤ ਪਿਆਰ ਕਰਦੇ ਆ। ਕਿੰਨੇ ਪਤੰਗ ਲੈਣਾ ਹੈ ਤੁਸੀਂ? ਅਸੀਂ ਪਤੰਗ ਕਿੰਨੇ ਪਏ ਸਾਰੇ ਲੈਣ ਆਏ ਆ ਜੀ। ਮੂਸੇਵਾਲਾ ਵਾਲੇ ਪਤੰਗਾਂ ਨੇ ਦੁਕਾਨਦਾਰਾਂ ਦੀ ਵਿਕਰੀ ਵੀ ਕਈ ਗੁਣਾ ਵਧਾ ਦਿੱਤੀ ਹੈ, ਜਿਸ ਕਾਰਨ ਦੁਕਾਨਦਾਰ ਵੀ ਬੇहद ਖੁਸ਼ ਨਜ਼ਰ ਆਏ। ਛੋਟੀ ਮਾਨਸਾ ਤੋਂ ਸਾਰੇ ਜਵਾਕ ਉਡਾਉਂਦੇ ਹੀ ਚਾਹ ਨਾਲ ਲੈਣ ਆ ਰਹੇ ਆ। 2 ਜਵਾਕ ਵੀ ਆ ਰਹੇ ਉਡਾਉਣ ਵਾਸਤੇ। ਕਿੰਨੇ ਪੀਸ ਲਏ? ਵੱਡੇ ਬੁੜੇ 500,000 ਪੀਸ ਲਿਆ। ਨਹੀਂ ਕਿੰਨੇ ਕੁ ਵਿਕ ਰਹੇ ਨੇ? ਵਾਧੂ ਵਿਕ ਰਹੇ ਲਿਆ ਰਹੇ ਨੇ? ਹਾਂ, ਪੂਰੇ ਚਾਹ ਨਾਲ ਲੈ ਕੇ ਆਂਦੇ ਸਿੱਧੂ ਮੂਸੇਵਾਲੇ ਦੀ। ਸ਼ਾਇਦ ਇਹੀ ਮੂਸੇਵਾਲਾ ਦੀ ਕਮਾਈ ਹੈ ਕਿ ਉਹ ਮਰ ਕੇ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਵਸ ਰਿਹਾ ਹੈ। ਗੁੱਡੀ ਜਿਉਂਦੇ ਜੀ ਵੀ ਅੰਬਰਾਂ ਤੇ ਸੀ ਤੇ ਮਰ ਕੇ ਵੀ ਮੂਸੇਵਾਲਾ ਆਪਣੇ ਫੈਨਸ ਦੇ ਦਿਲਾਂ ਦੇ ਵਿੱਚ ਅਮਰ ਹੋ ਗਏ। ਖੈਰ, ਜਦੋਂ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਗੁੱਡੀ ਅਸਮਾਨੀ ਚੜੀ ਰਹੇ, ਲੋਕ ਉਸ ਦਾ ਜ਼ਿਕਰ ਕਰਨ, ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦੇ ਹਾਂ ਤੇ ਗੱਲ 30 ਦਸੰਬਰ ਦੇ ਇਤਿਹਾਸ ਦੀ। 30 ਦਸੰਬਰ ਦਾ ਇਤਿਹਾਸ ਕੀ ਕਹਿੰਦਾ ਹੈ? 30 ਦਸੰਬਰ ਦਾ ਇਤਿਹਾਸ ਸੁਭਾਸ਼ ਚੰਦਰ ਬੋਸ ਨੇ ਪੋਰਟ ਬਲੇਅਰ ਦੇ ਵਿੱਚ ਪਹਿਲੀ ਵਾਰ ਆਜ਼ਾਦੀ ਦਾ ਝੰਡਾ ਲਹਿਰਾਇਆ ਸੀ। ਇਹ ਦੇਸ਼ ਦੀ ਆਜ਼ਾਦੀ ਦੇ ਨਾਲ ਜੁੜਿਆ ਹੋਇਆ ਦਿਨ ਹੈ। 29 ਦਸੰਬਰ 1943 ਨੂੰ ਪੋਰਟ ਬਲੇਅਰ ਦੀ ਹਵਾਈ ਪੱਟੀ ਦੇ ਉੱਤੇ ਜਾਪਾਨੀ ਫੌਜ ਦਾ ਇੱਕ ਜਹਾਜ਼ ਉਤਰਿਆ। ਜਹਾਜ਼ ਤੋਂ ਆਜ਼ਾਦ ਹਿੰਦ ਸਰਕਾਰ ਦੇ ਰਾਸ਼ਟਰ ਪ੍ਰਮੁੱਖ ਅਤੇ ਪ੍ਰਧਾਨ ਮੰਤਰੀ ਸੁਭਾਸ਼ ਚੰਦਰ ਬੋਸ, ਸਕੱਤਰ ਵਿਦ ਮਿਨਿਸਟਰ ਰੈਂਕ ਆਨੰਦ ਮੋਹਨ ਸਹਾਏ, ADC ਕੈਪਟਨ ਰਾਵਤ ਅਤੇ ਬੌਸ ਦੇ ਡਾਕਟਰ ਕਰਨਲ DS ਰਾਜੂ ਉਤਰਦੇ ਨੇ। ਅਗਲੇ ਦਿਨ 30 ਦਸੰਬਰ ਨੂੰ 1943 ਚ ਬੋਸ ਨੇ ਪੋਰਟ ਬਲੇਅਰ ਦੇ ਜਿਮਖਾਨਾ ਗਰਾਊਂਡ ਦੇ ਵਿੱਚ ਕੌਮੀ ਝੰਡਾ ਫਹਿਰਾਇਆ। ਇਸ ਤਰ੍ਹਾਂ ਉਹਨਾਂ ਨੇ 1943 ਦੇ ਆਖਿਰ ਤੱਕ ਭਾਰਤ ਦੀ ਜ਼ਮੀਨ ਦੇ ਉੱਤੇ INA ਨੂੰ ਪਹੁੰਚਾਉਣ ਦਾ ਵਾਅਦਾ ਪੂਰਾ ਕਰ ਦਿੱਤਾ ਸੀ।